ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਜ਼ਦੀਕ ਆਉਂਦਿਆਂ ਹੀ ਸਾਰੀ ਸਿਆਸੀ ਪਾਰਟੀਆਂ ਵੱਲੋਂ ਵੱਡੇ ਵੱਡੇ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਨੇ। ਅਸੀਂ ਜਾਣਾਂਗੇ ਵੀ ਕਿਹੜੀ ਸਿਆਸੀ ਪਾਰਟੀ ਵੱਲੋਂ ਕਿਹੜੇ ਵਾਅਦੇ ਕੀਤੇ ਜਾ ਰਹੇ ਨੇ। ਇਹਨਾਂ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਜੀ, ਜਿਵੇਂ ਕਿ ਆਪਾਂ ਗੱਲ ਕਰਕੇ ਹਟੇ ਹਾਂ ਵੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਸਾਰੀ ਸਿਆਸੀ ਪਾਰਟੀਆਂ ਸਰਗਰਮ ਹੋ ਚੁੱਕੀਆਂ ਨੇ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਜਿਹੜਾ ਹੈਗਾ ਮੁੜ ਪੰਜਾਬ ਦੇ ਵਿੱਚ 2 ਦਿਨਾਂ ਦੌਰੇ 'ਤੇ ਆਏ ਨੇ, ਜਿੱਥੇ ਉਹਨਾਂ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ, ਗੱਲਬਾਤ ਕੀਤੀ, ਵਪਾਰੀਆਂ ਨਾਲ ਗੱਲਬਾਤ ਕੀਤੀ ਹੈ। ਉੱਥੇ ਉਹਨਾਂ ਇੱਕ ਗੱਲ ਦਾ ਐਲਾਨ ਵੀ ਕੀਤਾ ਕਿ 1 ਅਪ੍ਰੈਲ 2022 ਤੋਂ ਬਾਅਦ ਕਿਸੇ ਵੀ ਕਿਸਾਨ ਨੂੰ ਖੁਦਕੁਸ਼ੀ ਨਹੀਂ ਕਰਨ ਦਿੱਤੀ ਜਾਵੇਗੀ, ਵਪਾਰੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਅਸੀਂ ਜਾਣਨਾ ਚਾਹਾਂਗੇ ਇਸ ਦੇ ਕੀ ਮਾਇਨੇ ਹੈ ਤੇ ਇਹਦੇ ਨਾਲ ਹੀ ਉਹਨਾਂ ਨੇ ਹੋਰ ਕਿਹੜੇ-ਕਿਹੜੇ ਵੱਡੇ ਐਲਾਨ ਕੀਤੇ ਨੇ। ਅਸਲ ਦੇ ਵਿੱਚ ਇਹ ਹੈ ਕਿ ਬਾਰ-ਬਾਰ ਜਦੋਂ ਤੁਸੀਂ ਆਉਂਦੇ, ਕਿਉਂਕਿ ਕਿਸਾਨ ਇੱਕ ਵੱਡਾ ਤਬਕਾ ਹੈ ਵੋਟਿੰਗ ਦੇ ਤੌਰ 'ਤੇ ਵੀ, ਵਪਾਰੀ ਵੀ ਇੱਕ ਵੱਡਾ ਤਬਕਾ ਹੈ ਅਤੇ ਸਾਰੀਆਂ ਪਾਰਟੀਆਂ ਨੂੰ ਹੁੰਦਾ ਕਿ ਵੱਖ-ਵੱਖ ਤਬਕਿਆਂ ਨੂੰ ਆਪਣੇ ਨਾਲ ਕਿਵੇਂ ਜੋੜਿਆ ਜਾਵੇ। ਜਿਹੜਾ ਦੌਰਾ ਇਹ ਹੈ, ਪਹਿਲਾਂ ਤੋਂ ਜਿਹੜੇ ਦੌਰੇ ਚੱਲਦੇ ਨੇ, ਪਹਿਲਾਂ ਕੇਜਰੀਵਾਲ ਨੇ ਕਿਹਾ ਕਿ 400 ਯੂਨਿਟ ਬਿਜਲੀ ਮਿਲੂਗੀ ਅਤੇ ਮੁਫਤ ਮਿਲੂਗੀ, 300 ਯੂਨਿਟ ਤੱਕ ਮੁਫਤ ਮਿਲੇਗੀ। ਅਤੇ ਉਹਦੇ ਨਾਲ ਦੀ ਨਾਲ ਸਿਹਤ ਸਹੂਲਤਾਂ ਦੇ ਵਿੱਚ ਉਹਨੇ ਕੀਤਾ ਕਿ ਸਾਰੇ ਪਿੰਡਾਂ 'ਚ ਉਹ ਜਿਹਾ ਦਿੱਲੀ ਮਾਡਲ ਲਾਗੂ ਕਰਾਂਗੇ, ਅਸੀਂ ਦੁਬਾਰਾ ਕਲੀਨਿਕ ਖੋਲ੍ਹ ਦਾਂਗੇ, ਮੁਹੱਲਾ ਕਲੀਨਿਕ ਜਿਵੇਂ ਹੁੰਦੇ ਨੇ। ਇਹ ਸਾਰੇ ਵਾਅਦੇ ਅਤੇ ਹੁਣ ਕਿਸਾਨਾਂ ਨੂੰ ਕਹਿਤਾ ਕਿ 1 ਅਪ੍ਰੈਲ ਤੋਂ ਬਾਅਦ ਖੁਦਕਸ਼ੀ ਨਹੀਂ ਕਰਨ ਦੀ ਲੋੜ ਪਏਗੀ ਕਿਸਾਨਾਂ ਨੂੰ 2022 'ਚ, ਕਿਉਂਕਿ ਸਰਕਾਰ ਬਦਲ ਜਾਣੀ ਹੈ। ਇਹ ਸਾਰੇ ਵਾਅਦੇ ਅਸਲ ਦੇ ਵਿੱਚ ਕਿਸ ਬੈਕਗਰਾਊਂਡ 'ਚੋਂ ਨਿਕਲਦੇ ਨੇ ਜਾਂ ਕਿਸ ਪਿਛੋਕੜ 'ਚੋਂ ਨਿਕਲਦੇ ਨੇ, ਕਿਉਂਕਿ ਇਹ ਵਾਅਦੇ ਕੇਵਲ ਵੋਟ ਬੈਂਕ ਦੀ ਸਿਆਸਤ ਕਰ ਸਕਦੀ ਹੈ। ਜੇ ਉਹ ਢਾਂਚਾ ਕਿਹੋ ਜਿਹਾ ਸਾਡਾ, ਕਿਸ ਮਾਹੌਲ 'ਚ ਪੰਜਾਬ ਖੜ੍ਹਾ ਹੈ, ਉਹ ਸਾਰੀਆਂ ਚੀਜ਼ਾਂ ਨੂੰ ਕਿਸ ਲੈਵਲ ਦਾ ਵਿਕਾਸ ਦਾ ਕੋਈ ਨਮੂਨਾ ਅਸੀਂ ਅਪਣਾ ਰਹੇ ਹਾਂ, ਜੇ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਦੇਖਿਆ ਜਾਏ ਤਾਂ ਇਹ ਵਾਅਦੇ ਹਵਾ 'ਚ ਮਤਲਬ ਉੱਡਣ ਵਾਲੇ ਵਾਅਦੇ ਨੇ। ਇਹੀ ਵਾਅਦਾ ਕਿਸਾਨਾਂ ਨਾਲ ਅਮਰਿੰਦਰ ਸਿੰਘ ਨੇ ਕੀਤਾ ਸੀ ਪਹਿਲਾਂ। ਉਹਨੇ ਤਾਂ ਨਾਲ ਇਹ ਵੀ ਕਿਹਾ ਸੀ ਕਿ ਤੁਸੀਂ 2017 ਦੀ ਸਰਕਾਰ ਬਣਨ ਤੱਕ ਤੁਹਾਡਾ ਸਮੁੱਚਾ ਕਰਜ਼ਾ ਮਾਫ਼ ਕਰ ਦੂੰਗਾ। ਨਾਲ ਇਹ ਕਿਹਾ ਸੀ ਤਾਂ ਕਰਕੇ ਤੁਹਾਨੂੰ ਇਹ ਨਹੀਂ ਕਰ ਰਿਹਾ, ਜੇ ਕੇਜਰੀਵਾਲ ਇਹ ਨਹੀਂ ਕਹਿ ਰਿਹਾ ਕਰਜ਼ਾ ਮਾਫ਼ ਕਰੂੰ ਜੀ, ਹੈ ਨਾ। ਕਰਜ਼ੇ ਦਾ ਇੱਕ ਬੋਝ ਤਾਂ ਹੈ ਹੀ ਹੈ, ਅਤੇ ਉਹ ਕਰਜ਼ਾ ਕਿੱਥੋਂ ਮਾਫ਼ ਹੋਊਗਾ, ਕਿੱਥੋਂ ਲਿਆਂਦਾ ਜਾਊਗਾ, ਇੱਕ ਇਹ ਵੀ ਗੱਲ ਹੈ। ਦੂਜੀ ਗੱਲ ਇਹ ਹੈ ਕਿ ਖੇਤੀ ਦਾ ਸੰਕਟ ਐਡਾ ਹਲਕਾ ਸੰਕਟ ਨਹੀਂ ਹੈ ਜਿੱਡਾ ਸਮਝ ਲਿਆ ਸਾਡੇ ਪੋਲੀਟੀਸ਼ੀਅਨ ਨੇ, ਸਾਡੇ ਬਾਕੀ ਨੇ, ਕਿਉਂਕਿ ਇਹਦੇ ਪਿੱਛੇ ਇੱਕ ਪੂਰਾ ਡਿਜ਼ਾਈਨ ਹੈ ਜਿਹਦੇ 'ਤੇ ਕਿਸਾਨ ਲੜ ਰਿਹਾ। ਕਿਸਾਨ ਇਹ ਕਹਿ ਰਿਹਾ ਕਿ ਕਾਰਪੋਰੇਟ ਖੇਤੀਬਾੜੀ ਹੈ ਜਿਹੜੀ, ਜਿੱਧਰ ਨੂੰ ਅਸੀਂ ਜਾ ਰਹੇ ਹਾਂ, ਖੇਤੀ ਨੂੰ ਖੁੱਲ੍ਹੀ ਮੰਡੀ ਛੱਡਣ ਦਾ ਜਿਹੜਾ ਸਵਾਲ ਹੈ ਉਹ ਨਹੀਂ ਹੈ ਆਮ ਲੋਕਾਂ ਦੇ ਹਿੱਤ ਦੇ ਵਿੱਚ। ਅਤੇ ਉਹਨੇ ਸਗੋਂ ਸਾਡਾ ਈਵਨ ਇਹ ਵੀ ਪੰਜਾਬ ਦੀ ਜਿਹੜੀ ਖੇਤੀਬਾੜੀ ਹੈ ਜਿਹੜੀ ਟੋਟਲੀ ਟੈਕਨੋਲੋਜੀ 'ਤੇ ਆਧਾਰਿਤ ਹੈ, ਜਿਹਨੇ ਇਹ ਕਹਿਤਾ ਕਿ ਜੀ ਜਿਹਦਾ ਪਾਣੀ ਵੀ ਮੁੱਕ ਚੱਲਿਆ, ਸਾਡਾ ਖੇਤੀ ਦਾ ਇੱਕ ਸਿਸਟਮ ਬਣਿਆ ਹੋਇਆ ਜਿਹੜਾ ਪੈਡੀ ਝੋਨੇ 'ਤੇ ਇਹਦਾ ਕਣਕ ਦਾ ਫਸਲੀ ਚੱਕਰ ਹੈ। ਕਿੰਨੇ ਮੁੱਦੇ ਨੇ ਜਿਹੜੇ ਮੁੱਦੇ ਇਸ ਪਾਸੇ ਹੈ ਕਿ ਖੇਤੀ 'ਚੋਂ ਬੰਦੇ ਕੱਢਣੇ ਨੇ, ਖੇਤੀ 'ਚੋਂ ਬੰਦੇ ਕੱਢ ਕੇ ਸ਼ਹਿਰਾਂ ਜਾਣਗੇ, ਸਸਤੀ ਲੇਬਰ ਆਏਗੀ, ਆ ਸਾਰਾ ਕੁਝ ਹੋ ਜਾਏਗਾ। ਕਿਸਾਨ ਅੰਦੋਲਨ ਇਹਨੂੰ ਉਲਟ ਚੈਲੰਜ ਕਰ ਰਿਹਾ ਕਿ ਇਹ ਰਸਤਾ ਬੰਦ ਕਰਨਾ ਪਊਗਾ, ਖੇਤੀ ਨੂੰ ਕਿਵੇਂ ਲਾਹੇਵੰਦਾ ਬਣਾਉਣਾ ਹੈ, ਇਹ ਸਭ ਤੋਂ ਮੇਨ ਚੀਜ਼ ਹੈ। ਇਹਦਾ ਸਟਰਕਚਰ ਪੂਰੀ ਦੁਨੀਆ 'ਚ ਹੈ। ਹੁਣ ਕਾਰਪੋਰੇਟ ਵਿਕਾਸ ਦੇ ਮਾਡਲ ਦੇ ਖਿਲਾਫ ਖੜ੍ਹ ਕੇ ਕੇਜਰੀਵਾਲ ਕੋਈ ਮਾਡਲ ਲਿਆ ਰਿਹਾ, ਜਾਂ ਕੋਈ ਹੋਰ ਪਾਰਟੀ, ਚਾਹੇ ਉਹ ਅਕਾਲੀ BSP ਹੋਵੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਕੇਜਰੀਵਾਲ ਹੋਵੇ, BJP ਹੋਵੇ, ਇਸ ਦੇਸ਼ ਦੇ ਵਿੱਚ ਜਾਂ ਦੇਸ਼ ਦੇ ਕਿਸੇ ਇੱਕ ਸੂਬੇ ਦੇ ਵਿੱਚ ਕਿਸੇ ਪਾਰਟੀ ਕੋਲ ਕਾਰਪੋਰੇਟ ਦੇ ਵੱਡੇ ਵਿਕਾਸ ਦੇ ਤੌਰ ਤਰੀਕੇ ਦੇ ਮੁਕਾਬਲਤਨ ਜੇ ਕੁਝ ਹੋਵੇ ਤਾਂ ਉਹ ਕਿਸਾਨਾਂ ਨੂੰ ਕੋਈ ਰਾਹ ਦਿਖਾ ਸਕਦਾ ਕਿ ਮੇਰੇ ਕੋਲ ਕੋਈ ਇੱਕ ਅਲੱਗ ਗੱਲ ਹੈਗੀ ਹੈ, ਮੈਂ ਕਰਾਂਗਾ। ਦੂਜੀ ਗੱਲ ਇਹ ਹੈ ਕਿ ਜੇਕਰ ਇਸ ਮਾਮਲੇ ਦੇ ਵਿੱਚ ਵੀ ਕਿ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਮੈਂ ਦੇਵਾਂਗਾ ਜਾਂ ਕਿੰਨਾ, ਔਰ ਕਿੰਨਾ ਮੁਆਵਜ਼ਾ ਤੁਸੀਂ ਕਿੱਥੋਂ ਦਿਓਗੇ, ਕਿੱਥੋਂ ਰੈਵਨਿਊ ਆਏਗਾ, ਕੀ ਕਰੋਗੇ, ਉਹਦਾ ਵੀ ਇੱਕ ਰੋਡ ਮੈਪ ਦੇਣ ਦਾ ਇੱਕ ਸਾਰਾ ਸਵਾਲ ਹੁੰਦਾ। ਅਤੇ ਇੱਕ ਪਿਛੋਕੜ ਵੀ ਹੁੰਦਾ, ਪਿਛੋਕੜ ਵੀ ਵਾਅਦਿਆਂ ਨਾਲ ਜੋੜ ਕੇ ਦੇਖਣਾ ਚਾਹੀਦਾ। ਜਦੋਂ 2017 ਦੀ ਚੋਣ ਸੀ, ਉਹਨਾਂ ਦਿਨਾਂ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਦੇ ਦੌਰੇ ਕਰਵਾਏ ਗਏ ਖੁਦਕਸ਼ੀ ਪੀੜਤ ਪਰਿਵਾਰਾਂ ਦੇ ਘਰਾਂ ਦੇ ਵਿੱਚ, ਕੁਝ ਚੋਣਵੇਂ ਪਰਿਵਾਰਾਂ ਦੇ ਜਿਨ੍ਹਾਂ ਦਾ ਕਾਫੀ ਜ਼ਿਆਦਾ ਸੀ, ਉਹਨਾਂ ਨੂੰ ਵੀ ਇਹ ਗਰੰਟੀ ਦਿੱਤੀ ਗਈ ਕਿ ਸਾਡੀ ਸਰਕਾਰ ਆਉਣ ਦਿਓ, ਅਸੀਂ ਇਹ ਕਰਾਂਗੇ। ਪਰ ਨਾਲ ਦੀ ਨਾਲ ਉਦੋਂ ਆਮ ਆਦਮੀ ਪਾਰਟੀ ਨੇ ਇੱਕ ਹੋਰ ਗੱਲ ਵੀ ਕੀਤੀ ਸੀ। ਇੱਕ ਗੱਲ ਨਾਲ ਇਹ ਕੀਤੀ ਸੀ ਵੀ ਜਿੰਨਾ ਚਿਰ ਨਹੀਂ ਆਉਂਦੀ ਜਾਂ ਉਦੋਂ ਬਾਅਦ ਵੀ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਬੱਚਿਆਂ ਦੀ ਪੜ੍ਹਾਈ ਜਾਂ ਤੁਹਾਡੇ ਲਈ ਕਿਸੇ ਨੂੰ 2000-2500 ਰੁਪਇਆ ਪਰ ਮੰਥ ਅਸੀਂ
ਦਿਆਂਗੇ। ਜੀ ਔਰ ਇਹਨਾਂ ਨੇ ਬਠਿੰਡੇ ਮਾਨਸਾ ਦੇ ਵਿੱਚ ਕੁਝ ਪਰਿਵਾਰਾਂ ਦੀ ਨਿਸ਼ਾਨਦੇਹੀ ਵੀ ਕੀਤੀ, 100 ਪਰਿਵਾਰ ਦੀ ਕੀਤੀ, ਕੋਈ ਕਹਿੰਦਾ 500 ਕਰਨਾ ਸੀ 100। 1-2 ਮਹੀਨੇ ਉਹ 2-2 ਹਜ਼ਾਰ ਰੁਪਈਆ 5-5 ਹਜ਼ਾਰ ਮਿਲਿਆ ਵੀ, ਜੀ ਮੁੜ ਕੇ ਉਹ ਸਾਰਾ ਕੁਝ ਠੱਪ ਹੋ ਗਿਆ। ਉਹ ਮੁੜ ਕੇ ਤੁਸੀਂ ਕਿੰਨੇ ਬੰਦਿਆਂ ਦੇ ਘਰ ਖੁਦਕੁਸ਼ੀ ਪੀੜਤਾਂ ਦੇ ਤੁਹਾਡੇ ਆਗੂ ਗਏ, ਕਿੰਨਿਆਂ ਦੇ ਜਿਹੜੇ ਤੇ ਕੇਜਰੀਵਾਲ ਪਹਿਲਾਂ ਗਿਆ ਹੋਇਆ ਸੀ ਕਦੇ, ਜੀ ਕਿੰਨੇ ਉਹ ਪਰਿਵਾਰਾਂ ਦਾ ਖਿਆਲ ਰੱਖਿਆ। ਜ਼ਰੂਰੀ ਤਾਂ ਨਹੀਂ ਜੇ ਸੱਤਾ 'ਚ ਤੁਹਾਡੇ 20 MLA ਤਾਂ ਆਏ ਸੀ, ਜੀ ਉਹ MLA 'ਚੋਂ ਕਿੰਨੇ ਉਹਨਾਂ ਦੇ ਘਰਾਂ 'ਚ ਜਾਂਦੇ ਰਹੇ, ਕਿੰਨਿਆਂ ਨੂੰ ਅੱਜ ਪਤਾ ਉਹਨਾਂ ਦੇ ਬੱਚਿਆਂ ਦਾ ਕੀ ਪੋਜੀਸ਼ਨ ਹੈ। ਅਤੇ ਇਹ ਕੇਵਲ ਚੋਣ ਨਾਰਾ ਬਣਾਉਣ ਨਾਲ ਤਾਂ ਕੰਮ ਨਹੀਂ ਚੱਲਣਾ ਨਾ। ਇਹ ਲੋਕਾਂ ਦਾ ਦਰਦ ਦੇ ਉੱਤੇ, ਜਿਵੇਂ ਕਹਿੰਦੇ ਨੇ ਕਤਲਾਂ 'ਤੇ ਮੌਤਾਂ 'ਤੇ ਇੱਕ ਰੋਟੀ ਸੇਕਣ ਦੀ ਗੱਲ ਹੁੰਦੀ ਹੈ ਕਿ ਤੁਸੀਂ ਉਹਨੂੰ ਹਲਕੇ 'ਚ ਲੈਂਦੇ ਹੋ। ਵਰਨਾ ਤਾਂ ਇਹ ਸਵਾਲ ਦਾ ਜਵਾਬ ਦੇਣਾ ਪਊ ਸਾਡੀਆਂ ਪਾਰਟੀਆਂ ਨੂੰ ਕਿ ਦੁਨੀਆ ਦਾ ਕੋਈ ਇੱਕ ਦੇਸ਼ ਉਹ ਦੱਸ ਸਕਦੇ ਨੇ ਜਿੱਥੇ ਖੇਤੀ ਕਰਨ ਵਾਲਾ ਕਿਸਾਨ ਖੁਦਕੁਸ਼ੀ ਨਹੀਂ ਕਰ ਰਿਹਾ। ਜੇ ਕੋਈ ਇੱਕ ਦੇਸ਼ ਦੱਸਣਗੇ ਜਿੱਥੇ ਬਹੁਤੇ ਨਹੀਂ ਕਰ ਰਹੇ, ਤਾਂ ਤੁਸੀਂ ਵੀ ਉਹੋ ਜਿਹਾ ਕਰ ਦੋਗੇ, ਉਦੋਂ ਵਧੀਆ ਤਾਂ ਕਰ ਨਹੀਂ ਸਕਦੇ ਨਾ। ਜੀ ਕਿਉਂਕਿ ਉੱਥੇ ਤਾਂ ਫਿਰ ਵੀ ਸੋਸ਼ਲ ਸਿਕਿਉਰਿਟੀ ਨੈਟਵਰਕ ਵੀ ਨੇ, ਇੱਥੇ ਨਾਲੋਂ ਜ਼ਿਆਦਾ ਸਬਸਿਡੀਆਂ ਨੇ, ਇੱਥੇ ਨਾਲੋਂ ਬਾਕੀ ਚੀਜ਼ਾਂ ਨੇ। ਉਹ ਡਿਜ਼ਾਈਨ ਨੂੰ ਤੋੜੇ ਬਿਨਾਂ ਨਹੀਂ ਖੁਦਕੁਸ਼ੀਆਂ ਹਟਣੀਆਂ। ਇਸ ਲਈ ਇੰਨੀਆਂ ਗੱਲਾਂ ਤੇ ਤੁਸੀਂ ਇਹ ਜਿਹੜਾ ਕਰਕੇ ਕਰਦੇ ਹੋ, ਠੀਕ ਹੈ, ਚੋਣਾਂ ਦੇ ਇੱਕ ਆਪਸੀ ਅੰਕੜਾਬਾਜ਼ੀ ਦੀ ਖੇਡ ਹੁੰਦੀ ਹੈ, ਇੰਨਾ ਇਹਨੂੰ ਮੈਂ ਭਰਮਾ ਲੂੰ, ਇੰਨਾ ਇਹਨੂੰ ਭਰਮਾ ਲੂੰ, ਇਹ ਭਰਮਾਊ ਨੇ ਚੀਜ਼ਾਂ, ਇਹਦੇ ਸਟੈਂਡ ਲੈਣ ਦੀਆਂ ਚੀਜ਼ਾਂ ਨਹੀਂ ਹੈ। ਅਗਲੀ ਗੱਲ ਇੱਕ ਹੋਰ ਵੱਡੀ ਗੱਲ ਹੈ ਜਿਹਦੇ 'ਚ ਕੇਜਰੀਵਾਲ ਨੂੰ ਕਹਿੰਦੇ ਨੇ ਕਿ ਵਪਾਰੀਆਂ ਨੂੰ ਆਹ ਰਾਹਤ ਜਾਇਬੋ, ਤੁਹਾਡੇ ਕੋਲ GST ਨਹੀਂ, ਤੁਹਾਡੇ ਕੋਲ ਟੈਕਸ ਲਾਉਣ ਦਾ ਰਾਈਟ ਨਹੀਂ ਹੈ, ਜੀ ਚਲਾ ਗਿਆ, ਤੁਸੀਂ ਕੀ ਕਰਦੇ ਹੋ? ਹੁਣ ਜਿਹੜੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ ਨੇ, ਉਹ ਤੁਹਾਡੀਆਂ ਸਟੇਟਾਂ ਕੀ ਕਰ ਰਹੀਆਂ ਨੇ? ਉਹਦੇ 'ਚ ਕੋਈ ਬੈਟ ਘਟਾ ਰਹੀ ਹੈ ਕਿਸੇ ਟਾਈਪ ਦੀ ਆਪਣੇ ਲੈਵਲ 'ਤੇ ਕੀ ਕਰ ਰਹੀ ਹੈ? ਜੀ ਅਗਲੀ ਗੱਲ ਇਹ ਹੈ ਕਿ ਤੁਸੀਂ ਫੈਡਰਲਿਜ਼ਮ ਦੇ ਕੁਐਸਚਨ 'ਤੇ ਕੇਂਦਰ ਨਾਲ ਨਹੀਂ ਖੜੇ ਹੁਣ ਤੱਕ ਹਰ ਮੁੱਦੇ 'ਤੇ, ਬਾਕੀ ਦੀਆਂ ਪਾਰਟੀਆਂ ਵੀ ਐਵੇਂ ਹੀ ਖੜੀਆਂ ਨੇ। ਤੁਹਾਡੇ ਕੋਲ ਅਲੱਗ ਕੀ ਹੈ ਜਿਹੜੇ ਅਲੱਗ ਨਾਲ ਤੁਸੀਂ ਦਾਅਵੇਦਾਰੀ ਕਰਦੇ ਹੋ? ਇਸ ਲਈ ਮੈਨੂੰ ਲੱਗਦਾ ਕਿ ਪੰਜਾਬ 'ਚ ਉਹਨਾਂ ਮੁੱਦਿਆਂ ਦੀ ਤੇ ਬਹਿਸ ਹੋਣੀ ਚਾਹੀਦੀ ਹੈ, ਚਰਚਾ ਹੋਣੀ ਚਾਹੀਦੀ ਹੈ। ਜਿਹੜੀਆਂ ਕੱਲੀਆਂ ਸ਼ੁਰਲੀਆਂ ਨੇ ਉਹ ਚਰਚਾ ਤੋਂ ਬਾਹਰ ਹੋਣੀਆਂ ਚਾਹੀਦੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਜਿੰਨਾ ਚਿਰ ਉਹ ਮੁੱਦੇ ਸੈਂਟਰਲ ਪਲੇਸ 'ਚ ਨਹੀਂ ਹੁੰਦੇ, ਕੇਂਦਰੀ ਨੁਕਤੇ ਦੇ ਤੌਰ 'ਤੇ ਨਹੀਂ ਉੱਭਰਦੇ, ਉਨਾ ਚਿਰ ਪੰਜਾਬ ਦੀਆਂ ਸਮੱਸਿਆਵਾਂ ਵੱਲ ਤੁਰਿਆ ਨਹੀਂ ਜਾ ਰਿਹਾ। ਜੀ ਹਮੀਰ ਜੀ, ਇਹ ਤਾਂ ਸੀ ਆਮ ਆਦਮੀ ਪਾਰਟੀ ਦੀ ਗੱਲ। ਜੇਕਰ ਗੱਲ ਕਰੀਏ ਭਾਜਪਾ ਦੀ, ਭਾਜਪਾ ਦਾ ਦੇਸ਼ ਭਰ ਦੇ ਵਿੱਚ ਵਿਰੋਧ ਹੋ ਰਿਹਾ ਹੈ। ਪੰਜਾਬ ਦੇ ਵਿੱਚ ਤਾਂ ਬਹੁਤ ਹੀ ਵੱਡੇ ਪੱਧਰ 'ਤੇ ਹੋ ਰਿਹਾ। ਭਾਜਪਾ ਆਗੂਆਂ ਨੂੰ ਜਿਹੜਾ ਹੈਗਾ ਬਾਹਰ ਨਿਕਲਣਾ ਬੜਾ ਮੁਸ਼ਕਿਲ ਹੋ ਰਿਹਾ। ਉੱਥੇ ਹੀ ਭਾਜਪਾ ਦੇ 3 ਮੰਤਰੀਆਂ ਵੱਲੋਂ ਇੱਕ ਵੱਡਾ ਨਾਅਰਾ ਦਿੱਤਾ ਗਿਆ, ਨਵਾਂ ਪੰਜਾਬ ਭਾਜਪਾ ਦੇ ਨਾਲ। ਇਸ ਨਾਅਰੇ ਦਾ ਕੀ ਮਾਇਨੇ ਹੈ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਬਿਲਕੁਲ ਬਹੁਤ ਨਵਾਂ ਪੰਜਾਬ ਹੋਏਗਾ। ਨਵਾਂ ਭਾਰਤ ਵੀ ਸੀਗਾ ਭਾਜਪਾ ਦੇ ਨਾਲ 2014 ਤੋਂ ਬਾਅਦ ਲਗਾਤਾਰ ਚੱਲ ਹੀ ਰਿਹਾ, ਕਿਉਂਕਿ ਭਾਜਪਾ ਦਾ ਇੱਕ ਖਾਕਾ ਹੈ, ਉਹ ਆਪਣੇ ਖਾਕੇ 'ਚ ਨਵਿਆਉਣਾ ਚਾਹੁੰਦੀ ਹੈ ਇਹ ਚੀਜ਼ ਨੂੰ। ਉਹ ਨਵਿਆਉਣਾ ਕਿਵੇਂ ਚਾਹੁੰਦੀ ਹੈ? ਇਹ ਦੇਸ਼ ਦੇ ਵਿੱਚ ਡਿਵਰਸਿਟੀ ਹੈ, ਵੰਨ-ਸੁਵੰਨਤਾ ਹੈ। ਇੱਥੇ ਵੱਖ-ਵੱਖ ਧਰਮ ਨੇ, ਵੱਖ-ਵੱਖ ਜਾਤਾਂ ਨੇ, ਵੱਖ-ਵੱਖ ਸੱਭਿਆਚਾਰ ਨੇ, ਵੱਖ-ਵੱਖ ਬੋਲੀਆਂ ਨੇ, ਵੱਖ-ਵੱਖ ਇਤਿਹਾਸਕ ਪਿਛੋਕੜ ਹੈ, ਅਲੱਗ-ਅਲੱਗ ਟਾਈਪ ਦੇ ਸਾਰੇ ਸਿਸਟਮ ਨੇ ਜੀ। ਇਸੇ ਲਈ ਇਹ ਗੁਲਦਸਤੇ ਦੇ ਵਿੱਚ ਹੀ ਚੰਗਾ ਲੱਗਦਾ ਹੈ। ਮਤਲਬ ਇਹ ਲੱਗਦਾ ਕਿ ਵੱਖ-ਵੱਖ ਬਖਰੇਵੇਂ ਰਹਿੰਦੇ ਹੋਏ ਵੀ ਅਸੀਂ ਇੱਕ ਕੰਟਰੀ ਦੇ ਵਿੱਚ ਕਿਸ ਤਰੀਕੇ ਨਾਲ ਰਹਿੰਦੇ ਹਾਂ। ਅਤੇ ਜੇ ਬਖਰੇਵੇਂ ਰਹਿਣ ਦੀ ਗੱਲ ਨੂੰ ਪ੍ਰਵਾਨ ਕਰਕੇ ਅੱਗੇ ਵਧਣਾ ਹੈ, ਤਾਂ ਉਹਦਾ ਸਿੱਧਾ ਜਿਹਾ ਫਾਰਮੂਲਾ ਇਹ ਹੈ ਕਿ ਉਹ ਬਖਰੇਵਿਆਂ ਵਾਲੇ ਬੰਦਿਆਂ ਨੂੰ ਫੈਸਲਾ ਕਰਨ 'ਚ ਅਤੇ ਸੱਤਾ 'ਚ ਹਿੱਸੇਦਾਰ ਵੀ ਉਹਨਾਂ ਦੀ ਬਣਦੀ ਨੁਮਾਇੰਦਗੀ ਮਿਲਣੀ ਚਾਹੀਦੀ ਹੈ ਜੀ। BJP ਨੇ ਲਗਾਤਾਰ ਕੀ ਕਹਿੰਦੀ ਆ ਰਹੀ ਹੈ, ਇੱਕ ਸਲੋਗਨ ਉਸ ਲੈਵਲ 'ਤੇ ਉਹ ਕਹਿ ਰਹੀ ਹੈ, ਇੱਕ ਰਾਸ਼ਟਰ ਇੱਕ ਬੋਲੀ, ਇੱਕ ਰਾਸ਼ਟਰ ਇੱਕ ਚੋਣ, ਇੱਕ ਰਾਸ਼ਟਰ ਇੱਕ ਧਰਮ, ਇੱਕ ਰਾਸ਼ਟਰ ਸਭ ਕੁਝ ਇੱਕ ਜੀ। ਜਿਹੜਾ ਵਰਤਾਰਾ ਹੈ, ਉਹ ਵਰਤਾਰਾ ਫਿਰ ਬਾਕੀ ਲੋਕਾਂ ਨੂੰ ਇਹ ਡਰ ਪੈਦਾ ਕਰਦਾ ਉਹਨਾਂ 'ਚ ਕਿ ਸਾਡੀ ਪਛਾਣ ਨੂੰ ਖਤਰਾ ਹੈ। ਕੋਈ ਕਹਿੰਦਾ ਮੇਰੀ ਬੋਲੀ ਨੀਚੇ ਚਲੀ ਜਾਊਗੀ ਹਿੰਦੀ ਦੇ, ਤਾਮਿਲਨਾਡੂ 'ਚ ਅਲੱਗ-ਅਲੱਗ ਟਾਈਪ ਦੇ, ਕੋਈ ਕਿਸੇ ਟਾਈਪ ਦਾ, ਕੋਈ ਕਿਸੇ ਟਾਈਪ ਦਾ, ਅਲੱਗ-ਅਲੱਗ ਟਾਈਪ ਦੇ ਡਰ ਤੇ ਦੇ ਕਿਸਮ ਦੇ ਮਾਹੌਲ ਪੈਦਾ ਹੁੰਦੇ ਨੇ। ਅਤੇ ਹੁਣ ਉਹ ਜਿਹੜੇ ਸਾਰੇ ਮਾਹੌਲ ਨੇ ਉਹ ਪ੍ਰੈਕਟਿਸ 'ਚੋਂ ਪੈਦਾ ਹੁੰਦੇ ਨੇ, ਐਵੇਂ ਵੀ ਨਹੀਂ ਪੈਦਾ ਹੁੰਦੇ। ਤੁਹਾਡੇ ਸਾਹਮਣੇ ਹੈ ਕਿ ਮੁਸਲਮਾਨਾਂ ਦੀ ਆਬਾਦੀ ਕਿੰਨੀ ਹੈ, 17-18 ਕਰੋੜ ਦੇ ਕਰੀਬ ਜਿਹੜੀ ਵੀ ਹੈ, ਅਤੇ ਉਹਨਾਂ ਦੀ ਪਾਰਟੀਸਪੇਸ਼ਨ 78 ਮੈਂਬਰੀ ਪਾਰਲੀਮੈਂਟ ਕੈਬਨਿਟ ਦੇ ਵਿੱਚ ਕੇਂਦਰ ਦੇ ਵਿੱਚ ਕਿੰਨੀ ਹੈ? 1 ਜੀ ਨੁਮਾਇੰਦਗੀ ਦੇ ਤੌਰ 'ਤੇ ਜੇਕਰ ਅਸੀਂ ਗੱਲ ਕਰਦੇ ਹਾਂ। BJP ਨੇ ਕਿੰਨੀਆਂ ਟਿਕਟਾਂ ਦਿੱਤੀਆਂ ਉਸ ਟੋਟਲ ਵਰਗ ਦੇ ਵਿੱਚੋਂ? ਕੋਈ ਸਾਡੇ ਸਾਹਮਣੇ ਦਿਖਾਈ ਨਹੀਂ ਦਿੰਦਾ ਪ੍ਰਪੋਰਸ਼ਨ ਦੇ ਤੌਰ 'ਤੇ। ਇਸ ਤਰ੍ਹਾਂ ਜਿਹੜਾ ਇਹ ਸਿਸਟਮ ਸੀਗਾ, ਇਹਨੇ ਸੈਂਟਰਲਾਈਜੇਸ਼ਨ ਪੈਦਾ ਕੀਤੀ ਹੈ। ਉਸ ਸੈਂਟਰਲਾਈਜੇਸ਼ਨ ਤੋਂ ਵਿੱਚੋਂ ਫਿਰ ਕੀ ਆ ਰਿਹਾ ਮੋੜ ਕੇ, ਉਹਦੇ 'ਚ ਸਟੇਟਾਂ ਨੂੰ ਵੀ ਡਰ ਪੈਦਾ ਹੋ ਗਿਆ ਕਿ ਸਾਡੇ ਹੱਕ ਵੀ ਜਾ ਰਹੇ ਨੇ। ਚਾਹੇ BSF ਦਾ ਮਾਮਲਾ ਹੈ, ਚਾਹੇ ਉਹ GST 'ਚ ਟੈਕਸ ਲਾਉਣ ਦਾ ਮਾਮਲਾ ਹੈ, UAP ਹੈ, ਜਿੰਨੇ ਵੀ ਕਾਨੂੰਨ, ਕਿਰਤ ਕਾਨੂੰਨ ਜਾਂ ਖੇਤੀ ਕਾਨੂੰਨ ਜਿੰਨੇ ਵੀ ਬਣੇ ਨੇ ਜੀ,
ਹੁਣ ਪੰਜਾਬ ਵਰਗੇ ਸੂਬੇ ਖੜੇ ਹੋਏ ਨੇ ਪੱਲੇ ਪੁਰਾਣੇ ਹਿਸਟੋਰੀਕਲ ਪਰਸਪੈਕਟਿਵ ਤੋਂ। ਇਹ ਐਸਾ ਇੱਕ ਸੂਬਾ ਹੈ ਜਿੱਥੇ ਅਲੱਗ ਇੱਕ ਮਿਨੋਰਟੀ ਮੈਜੋਰਟੀ ਦੇ ਵਿੱਚ ਹੈ, ਜੀ ਸਿੱਖ ਘੱਟ ਗਿਣਤੀ ਬਹੁ ਗਿਣਤੀ ਦੇ ਵਿੱਚ ਹੈ। ਤੇ ਜੇ ਤੁਸੀਂ ਆਪਣਾ ਉਸ ਲੈਵਲ ਦਾ ਫੰਡਾ ਕਿ ਨਵਾਂ ਪੰਜਾਬ ਸਾਡਾ ਉਹੋ ਜਿਹਾ ਹੋਏਗਾ ਜਿਹੜੀ ਧਾਰਾ ਤੁਸੀਂ ਚਲਾ ਰਹੇ ਹੋ, ਤਾਂ ਸੁਭਾਵਿਕ ਹੈ ਕਿ ਇੱਕ ਵਰਗ ਨੂੰ ਤੁਸੀਂ ਇਹ ਮੈਸੇਜ ਦੇ ਰਹੇ ਹੋ ਕਿ ਕੱਲ੍ਹ ਨੂੰ ਤੁਹਾਡੀ ਨਹੀਂ ਚੱਲੂਗੀ, ਉਹੀ ਚੱਲੇਗੀ ਜਿਹੜਾ ਇੱਕ ਉੱਪਰ ਮੋਦੀ ਸਾਹਿਬ ਕਹਿਣਗੇ ਜਾਂ ਬਾਕੀ ਹੈ। ਪੰਜਾਬ ਦਾ ਪਿਛੋਕੜ ਇਹੋ ਜਿਹਾ ਹੈ ਕਿ ਜਦੋਂ ਦੇਸ਼ ਦੇ ਵਿੱਚ ਨਰਿੰਦਰ ਮੋਦੀ ਦੀ ਹਵਾ ਚੱਲ ਰਹੀ ਸੀ, ਜੀ 14 ਚ ਵੀ ਚੱਲ ਰਹੀ ਸੀ, 19 ਚ ਵੀ ਚੱਲ ਰਹੀ ਸੀ, ਬਿਲਕੁਲ ਪੰਜਾਬ ਉਹਦੇ ਪੱਖ 'ਚ ਨਹੀਂ ਭੁਗਤਿਆ, ਉਦੋਂ ਉਲਟ ਭੁਗਤਿਆ। ਜੀ ਉਦੋਂ ਵੀ ਇਹਨੇ ਆਮ ਆਦਮੀ ਪਾਰਟੀ ਦੇ 4 MP ਜਿਤਾਏ, ਕਿੰਨੇ ਹੋਰ ਵੀ ਕਿੰਨੀਆਂ ਟਿਕਟਾਂ ਲੈ ਗਏ ਜਾਂ ਸੀਟਾਂ ਲੈ ਗਏ, ਬਾਕੀ ਤਾਂ ਦੇਸ਼ 'ਚ ਨਹੀਂ ਸੀ। ਔਰ 19 ਦੇ ਵਿੱਚ ਵੀ ਲਗਭਗ ਇਹੋ ਜਿਹੀ ਸਿਚੁਏਸ਼ਨ ਹੈ। ਜੀ ਤੇ ਇਹ ਜਿਹੜਾ ਸਾਰਾ ਮਾਹੌਲ ਹੈ ਕਿਸੇ ਖਾਸ ਖੇਤਰ ਦੇ ਹਕੀਕਤ ਨੂੰ ਦੇਖ ਕੇ ਜੇ ਤੁਸੀਂ ਨਹੀਂ ਚੱਲਦੇ ਤਾਂ ਤੁਸੀਂ ਉੱਥੇ ਬਦਅਮਨੀ ਜਾਂ ਬਦਅਮਨੀ ਨੂੰ ਸੱਦਾ ਦੇ ਰਹੇ ਹੋ। ਬੀਜੇਪੀ ਨੇ ਇਹ ਫੈਸਲਾ ਕਦੋਂ ਕੀਤਾ ਹੈ? ਇਹ ਫੈਸਲਾ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾਂ ਦਾ ਸੰਦਰਭ ਦੇ ਵਿੱਚ ਗੱਲ ਕਰਨੀ, ਉਹ 'ਚ ਪੈਸੇ ਵੀ ਆਉਣਗੇ। ਜੀ ਪਹਿਲਾਂ ਵੀ ਵਾਜਪਾਈ ਸਰਕਾਰ ਵੇਲੇ 300 ਸਾਲਾ ਖਾਲਸਾ ਪੰਥ ਦਾ ਬਣਾਇਆ ਸੀ, 100 ਕਰੋੜ ਆਇਆ ਸੀ, 50 ਕਰੋੜ 'ਚ ਇੱਕ ਨਵੀਂ ਜਥੇਬੰਦੀ ਖੜੀ ਕਰਤੀ, ਰਾਸ਼ਟਰੀ ਸਿੱਖ ਸੰਗਤ, ਜੀ ਜਿਹੜੀ ਬੀਜੇਪੀ ਦੇ ਵਿੰਗ ਦੇ ਤੌਰ 'ਤੇ ਖੜੀ ਹੋਈ। ਇਹੋ ਜਿਹਾ ਕੁਛ ਹੋਰ ਸਿੱਖਾਂ 'ਚੋਂ ਪੈਸੇ ਪੂਸੇ ਦੇ ਕੇ ਜਿਹੜੇ ਵੀ ਇੱਧਰ ਉੱਧਰਲੇ ਬੰਦੇ ਕੁਛ ਹੈਗੇ ਨੇ, ਉਹਨੂੰ ਲਿਜਾਣਾ ਇੱਕ ਅਲੱਗ ਚੀਜ਼ ਹੈ, ਇੱਕ ਛੋਟੇ ਵਰਗ ਨੂੰ। ਜੀ ਪਰ ਇੱਕ ਜਨਰਲ ਕੌਨਸ਼ੀਅਸਨੈਸ ਹੁੰਦੀ ਹੈ, ਚੇਤਨਾ ਹੁੰਦੀ ਹੈ ਕਿਸੇ ਵਰਗ ਦੀ। ਇਹ ਜਿਹੜਾ ਨਵਾਂ ਪੰਜਾਬ ਦਾ ਜੋ ਸਲੋਗਨ ਹੈ ਭਾਜਪਾ ਦੇ ਨਾਲ ਵਾਲਾ, ਇਹ ਮੈਨੂੰ ਲੱਗਦਾ ਹੈ ਲੋਕਾਂ 'ਚ ਹੁਲਾਰਾ ਪੈਦਾ ਕਰਨ ਦੀ ਬਜਾਏ। ਅਤੇ ਹਾਂ, ਇੱਕ ਸੈਕਸ਼ਨ ਨੂੰ ਤੁਸੀਂ ਦੇ ਸਕਦੇ ਹੋ ਜਿਹੜਾ ਕੋਈ ਕਹਿੰਦਾ ਵੀ ਸਾਡੀ ਸਿਕਿਉਰਿਟੀ ਅਸੀਂ ਕੇਂਦਰ 'ਚੋਂ ਦੇਖਦੇ ਹਾਂ, ਉਹਨੂੰ ਤਾਂ ਹੁਲਾਰਾ ਦੇ ਸਕਦੇ ਹੋ, ਪਰ ਇੱਕ ਵੱਡੇ ਵਰਗ ਨੂੰ ਤੁਸੀਂ ਉਹਦੇ ਖਿਲਾਫ ਵੀ ਖੜਾ ਖੁੰਦਾ ਪਾਓਗੇ। ਔਰ ਇਹ ਚੱਲਣ ਵਾਲਾ ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਪੰਜਾਬ 'ਚ ਚੱਲਣ ਵਾਲੀ ਇਹ ਗੱਲ ਹੈ। ਬਾਹਰ ਤਾਂ ਬਾਕੀ ਸੂਬਿਆਂ 'ਚ ਜਿੱਥੇ ਆਬਾਦੀ ਦਾ ਪ੍ਰੋਫਾਈਲ ਦੂਜਾ ਹੁੰਦਾ ਉੱਥੇ ਚੱਲਣ ਦੀ ਸੰਭਾਵਨਾ ਹੁੰਦੀ ਹੈ, ਪਰ ਪ੍ਰੈਕਟੀਕਲੀ ਉੱਥੇ ਵੀ ਨਹੀਂ ਚੱਲਣਾ, ਕਿਉਂਕਿ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਹੁੰਦੀਆਂ ਨੇ। ਜੀ ਲੋਕ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਜੂਝ ਰਹੇ ਨੇ, ਗਰੀਬੀ ਦੀ ਸਮੱਸਿਆ ਨਾਲ ਜੂਝ ਰਹੇ ਨੇ, ਪੜ੍ਹਾਈ ਦੀ ਸਮੱਸਿਆ ਨਾਲ ਜੂਝ ਰਹੇ ਨੇ, ਸਿਹਤ ਸਹੂਲਤਾਂ ਨੇ, ਉਹਦੇ 'ਤੇ ਜੇ ਤੁਸੀਂ ਗੱਲ ਨਹੀਂ ਕਰਦੇ, ਉਹ ਉਸ ਤਰੀਕੇ ਨਾਲ ਨਹੀਂ ਫਿਰ ਚੱਲ ਹੋਣਾ। ਜੀ ਹਮੀਰ ਜੀ, ਇਸ ਦੇ ਨਾਲ ਹੀ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ, ਜਿਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਉੱਥੇ ਹੀ ਉਹ ਗੱਲ ਕਰ ਰਹੇ ਸੀ ਵੀ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਖੇਤੀ ਕਾਨੂੰਨਾਂ ਬਾਰੇ ਮਿਲ ਕੇ ਗੱਲਬਾਤ ਕਰਨਗੇ, ਪਰ ਉਹਨਾਂ ਦੀ ਕੱਲ੍ਹ ਮੁਲਾਕਾਤ ਨਹੀਂ ਹੋ ਸਕੀ। ਇਸ ਮੁਲਾਕਾਤ ਨਾ ਹੋਣ ਦੇ ਪਿੱਛੇ ਕੀ ਕਾਰਨ ਤੁਸੀਂ ਸਮਝਦੇ ਹੋ? ਮੈਨੂੰ ਲੱਗਦਾ ਕਿ ਬੀਜੇਪੀ ਨੂੰ ਇਹ ਲੱਗਦਾ ਸੀਗਾ ਕਿ ਪਹਿਲਾਂ ਜਦੋਂ ਗੱਲਬਾਤ ਹੋਈ ਹੋਣੀ ਹੈ ਅਮਿਤ ਸ਼ਾਹ ਨਾਲ ਕਿ ਅਮਰਿੰਦਰ ਸਿੰਘ ਪ੍ਰੈਸ ਕਾਨਫਰੰਸ ਕਰਨਗੇ, ਕੁਛ 5-10 ਲੀਡਰ ਤਾਂ ਨਾਲ ਜਾਣਗੇ ਸਾਬਕਾ, ਜਿਹੜੇ ਕਹਿੰਦੇ 12, 15, 17 MLA ਮੇਰੇ ਨਾਲ ਨੇ। ਜੀ ਅਤੇ ਪਰ ਮੈਨੂੰ ਲੱਗਦਾ ਉਹਦੇ 'ਚ ਫਿਰ ਰਾਹੁਲ ਗਾਂਧੀ ਨੇ ਮੀਟਿੰਗਾਂ ਮੂਟਿੰਗਾਂ ਕਰਕੇ ਕਈਆਂ ਨੂੰ ਰੋਕ ਲਿਆ, ਕਈਆਂ ਨੂੰ ਬਾਕੀ ਸਰਗਰਮੀ ਹੋਈ, ਨਾਲ ਕੋਈ ਨਹੀਂ ਆਇਆ। ਅਤੇ ਸ਼ਾਇਦ ਇਹ ਦੇਖਿਆ ਗਿਆ ਹੋਵੇ ਵੀ ਜੇ ਨਹੀਂ ਆ ਰਿਹਾ, ਜੇ ਹੋਰ ਟੈਸਟ ਕਰੋ, ਵਾਟਰ ਟੈਸਟ ਕਰੋ। ਦੂਜੀ ਗੱਲ ਇੱਕ ਹੋਰ ਵੀ ਹੋ ਸਕਦੀ ਹੈ ਕਿ ਜਿਹੜੇ 3 ਮੰਤਰੀ ਭੇਜੇ ਨੇ ਇੱਥੇ ਬੀਜੇਪੀ ਦੀ ਪੂਰੀ ਟੀਮ ਨਾਲ ਗੱਲ ਕਰਨ ਲਈ, ਇਹਦੀ ਫੀਡਬੈਕ ਵੀ ਸ਼ਾਇਦ ਉਹਨਾਂ ਨੂੰ ਅਜੇ ਇਸ ਲਈ ਵੀ ਰੋਕ ਲਿਆ ਵੀ ਉਹਨਾਂ ਦੀ ਫੀਡਬੈਕ ਵੀ ਦੇਖੋ, ਇਕੱਲਾ ਅਮਰਿੰਦਰ ਸਿੰਘ ਦੇ ਕਹਿਣ 'ਤੇ ਨਹੀਂ, ਅਤੇ ਇਹ ਟੋਟਲ ਆਪਣੇ ਕੇਡਰ ਦੀ ਫੀਡਬੈਕ ਲੈਣ ਤੋਂ ਬਾਅਦ ਕੋਈ ਗੱਲ ਅੱਗੇ ਕਰਨੀ ਹੋਏ। ਇਸ ਕਰਕੇ ਮੈਨੂੰ ਤਾਂ ਲੱਗਦਾ ਉਹ ਸਲਿੱਪ ਹੋਇਆ। ਜਿਹੜਾ ਗੁਜਰਾਤ ਚਲੇ ਗਏ ਐਮਰਜੈਂਸੀ, ਕੋਈ ਨਾ ਤਾਂ ਕੋਈ ਛਪਿਆ ਐਮਰਜੈਂਸੀ ਕੀ ਸੀ, ਨਾ ਕੁਛ ਇਹੋ ਜਿਹਾ ਤਾਂ ਨਹੀਂ ਨਜ਼ਰ ਆਈ, ਕਿਉਂਕਿ ਸਿਆਸਤ ਸੰਭਾਵਨਾਵਾਂ ਦਾ ਖੇਡ ਹੈ। ਜੇ ਉਹਨੂੰ ਸੰਭਾਵਨਾ ਨਜ਼ਰ ਆਏਗੀ ਕਿ ਅਮਰਿੰਦਰ ਸਿੰਘ ਕੰਮ ਦਾ ਬੰਦਾ ਹੈ ਜਾਂ ਨਹੀਂ ਹੈ, ਰਿਹਾ ਜਾਂ ਲੋਕ ਨਾਲ ਰਹੇ ਨੇ, ਤਾਂ ਉਹ ਉਹਨੂੰ ਵਰਤ ਲਊਗੀ, ਅਤੇ ਨਹੀਂ ਤਾਂ ਨਹੀਂ ਲਊਗੀ ਉਸ ਪੱਧਰ ਦੇ ਉੱਤੇ। ਹੁਣ ਇਹ ਦੇਖਣਾ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਅਮਰਿੰਦਰ ਸਿੰਘ ਕਿੰਨਾ ਕੁ ਡੈਂਟ ਪਾ ਸਕਦੇ ਨੇ ਕਾਂਗਰਸ 'ਚ ਜਾਂ ਆਪਣੇ ਸਾਰੇ। 4.5 ਸਾਲ ਦੀ ਕਾਰਗੁਜ਼ਾਰੀ ਤਾਂ ਇਹੋ ਜਿਹੀ ਰਹੀ ਹੈ ਅਮਰਿੰਦਰ ਸਿੰਘ ਦੀ ਕਿ ਕਾਂਗਰਸੀ ਕੇਡਰ ਤਾਂ ਬਹੁਤਾ ਉਹਦੇ 'ਚ ਉਤਸ਼ਾਹ ਤਾਂ ਨਹੀਂ ਸੀ। ਜੀ ਦੂਜਾ, ਹੁਣ ਉਹਨੇ ਸਟੈਂਡ ਹੀ 4.5 ਸਾਲ ਤੋਂ ਉਹਨਾਂ 'ਤੇ ਦੋਸ਼ ਵੀ ਇਹੀ ਲੱਗਦਾ ਕਿ ਪਹਿਲਾਂ ਤੋਂ ਹੀ ਭਾਜਪਾ ਦੇ ਨਾਲ ਮਿਲ ਕੇ ਖੇਡ ਰਹੇ ਹੋ। ਜੀ ਤਾਂ ਉਹ ਕਿਹੜਾ ਨਵਾਂ ਗਰੁੱਪ ਹੈ ਪੰਜਾਬ ਦਾ, ਕਿਹੜਾ ਨਵਾਂ ਵੋਟਰ ਹੈ ਪੰਜਾਬ ਦਾ ਜਿਹੜਾ ਅਮਰਿੰਦਰ ਸਿੰਘ ਨਾਲ ਖੜਾ ਦਿਖਾਈ ਦੇਊਗਾ? ਜੀ ਇਹ ਇੱਕ ਵੱਡਾ ਦੇਖਣ ਦਾ ਸਵਾਲ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਭੰਨਾ ਘੜਤਾਂ ਦੇ ਵਿੱਚੋਂ ਹੀ ਬੀਜੇਪੀ ਅਤੇ ਅਮਰਿੰਦਰ ਸਿੰਘ ਦਾ ਕੋਈ ਨਾ ਕੋਈ ਫਿਊਚਰ ਦੇ ਵਿੱਚ ਗੱਲਬਾਤ ਬਣੂਗੀ। ਅਤੇ ਜੇ ਇਹ 'ਚ ਕਮਜ਼ੋਰੀ ਰਹਿੰਦੀ ਹੈ ਬਹੁਤ ਜਗ੍ਹਾ, ਤਾਂ ਸ਼ਾਇਦ ਬੀਜੇਪੀ ਅਮਰਿੰਦਰ ਸਿੰਘ ਨੂੰ ਉਸ ਤਰੀਕੇ ਨਾਲ, ਪਰ ਫਿਰ ਓਨਾ ਕੁ ਭਾਅ ਦੇਊਗੀ ਜਿੰਨੇ ਕੁ ਉਹਦਾ ਵਜ਼ਨ ਨਜ਼ਰ ਆਊਗਾ। ਜੀ ਹਮੀਰ ਜੀ, ਇਹ ਤਾਂ ਸੀ ਪੰਜਾਬ ਦੀ ਸਿਆਸਤ ਦੀ ਗੱਲ। ਜੇਕਰ ਗੱਲ ਕਰੀਏ ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਬਾਰਡਰ 'ਤੇ ਸੰਘਰਸ਼ ਚੱਲ ਰਿਹਾ, ਕਿਸਾਨ 11 ਮਹੀਨੇ ਤੋਂ ਬੈਠੇ ਨੇ, ਪਰ ਹੁਣ ਜੇਕਰ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਜਿਹੜਾ ਹੈਗਾ ਉੱਥੇ ਦੀ ਜਿਹੜੀ ਰੋਕਾਂ ਉਹ ਦਿੱਲੀ ਪੁਲਿਸ ਨੇ ਹਟਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਬਾਰੇ ਵੀ ਚਾਨਣਾ ਪਾਓ ਵੀ ਕਿ ਉਹ ਪੂਰਾ ਮਾਮਲਾ ਕੀ ਹੈ?
ਅਸਲ 'ਚ ਸੁਪਰੀਮ ਕੋਰਟ ਦੇ ਵਿੱਚ ਇੱਕ ਮਹਿਲਾ ਗਈ ਹੋਈ ਹੈ ਜਿਹਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਰੋਕਣ ਦੇ ਕਰਕੇ ਸਾਨੂੰ ਬਹੁਤ ਔਖਾ ਹੁੰਦਾ ਹੈ, ਕਿਉਂਕਿ ਕਈ ਕਈ ਘੰਟੇ ਟਰੈਵਲ ਕਰਨਾ ਪੈਂਦਾ ਹੈ, ਜ਼ਿਆਦਾ ਔਖਾ ਹੈ। ਕਿਸਾਨਾਂ ਦੇ ਵੱਲੋਂ ਤਾਂ ਕੋਈ ਨਹੀਂ ਗਿਆ ਫਿਲਹਾਲ, ਤੇ 3 ਹਫ਼ਤਿਆਂ ਦੇ ਵਿੱਚ ਸੁਪਰੀਮ ਕੋਰਟ ਨੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਕਿ ਤੁਸੀਂ ਆਪਣਾ ਪੱਖ ਪੇਸ਼ ਕਰੋ। ਪਰ ਜਿਹੜੀ ਹਕੀਕਤ ਸੀ ਉਹ ਸਭ ਨੂੰ ਪਤਾ ਹੈ ਬਾਹਰ। ਹਕੀਕਤ ਇਹ ਸੀਗੀ ਕਿ ਬੈਰੀਕੇਡ ਕਿਸਾਨਾਂ ਨੇ ਨਹੀਂ ਲਾਏ, ਬੈਰੀਕੇਡ ਤਾਂ ਸਰਕਾਰ ਨੇ ਲਾਏ ਨੇ। ਸਰਕਾਰ ਤਾਂ ਪਿਛਲੇ ਸਾਲ ਤੋਂ ਹੀ ਜਦੋਂ ਨਵੰਬਰ 'ਚ ਇੱਥੋਂ ਜਾਣਾ ਸ਼ੁਰੂ ਕੀਤਾ ਹੈ, ਬੈਰੀਕੇਡ ਉਹਨੇ ਸੰਭੂ ਬਾਰਡਰ ਤੋਂ ਹੀ ਲਾਏ ਹੋਏ ਸੀ, ਤੇ ਡੱਬਵਾਲੀ ਤੋਂ ਲਾਏ ਹੋਏ ਸੀ, ਖਨੌਰੀ ਤੇ ਲਾਏ ਹੋਏ ਸੀ ਤਾਂ ਕਿ ਅੱਗੇ ਨਾ ਜਾਣ। ਕਿਸਾਨ ਤਾਂ ਉਹ ਤੋੜ ਕੇ ਗਏ ਨੇ। ਤੇ ਜਦ ਤੱਕ ਉਹਨਾਂ ਨੇ ਕਿਹਾ ਦਿੱਲੀ ਵੀ ਲਾ ਲਏ, ਫਿਰ ਦਿੱਲੀ ਉਹਨਾਂ ਨੂੰ ਲੱਗਿਆ ਵੀ ਚਲੋ ਇਹਨਾਂ ਨੂੰ ਲਾ ਲੈਣ ਦਿਓ, ਆਪਾਂ ਅੱਗੇ ਨਹੀਂ ਜਾਣਾ, ਕਿਉਂਕਿ ਜੇ ਨਹੀਂ ਜਾਣ ਦਿੰਦੇ ਆਪਾਂ ਦਿੱਲੀ ਘੇਰ ਕੇ ਬੈਠਦੇ ਹਾਂ। ਇਦੋਂ ਬਾਅਦ ਵੀ ਫਿਰ ਜਦੋਂ ਵਿੱਚ ਦੀ ਵੀ ਜਦੋਂ ਕਿਸਾਨ ਕਈ ਵਾਰ ਕੋਈ ਸੱਦਾ ਦੇ ਦਿੰਦੇ ਸੀ, ਕੁਝ ਕਿਸਾਨ ਨਿਕਲਣਾ ਚਾਹੁੰਦੇ ਸੀ ਦਿੱਲੀ ਵੱਲ, ਆਪਣੇ ਕੰਮਾਂ ਲਈ ਵੀ ਨਿਕਲਣਾ ਚਾਹੁੰਦੇ ਸੀ, ਤਾਂ ਸਗੋਂ ਉਦੋਂ ਹੋਰ ਜ਼ਿਆਦਾ ਮਜ਼ਬੂਤ ਕੀਤੇ ਉਹ ਬੈਰੀਕੇਡ, ਜਿਹੜੇ ਟਿੱਕਰੀ ਦੇ ਵਿੱਚ ਕਿੱਲ ਗੱਡੇ ਨੇ, ਜਿਹੜੇ ਟਿੱਕਰੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੇ। ਇਹ 26 ਜਨਵਰੀ ਨੂੰ ਜਦੋਂ ਕਿਸਾਨਾਂ ਦਾ ਉਸ ਉਦੋਂ ਗੱਡਣ ਦੀ ਇਹਨਾਂ ਨੇ ਸਿਸਟਮ ਸ਼ੁਰੂ ਕੀਤਾ, ਤੇ ਉਹ ਰਸਤਾ ਬਿਲਕੁਲ ਇੱਕ ਸਾਈਡ ਖਾਲੀ ਹੈ, ਟਿੱਕਰੀ ਵੀ ਤੇ ਗਾਜੀਪੁਰ ਵੀ, ਉਹ ਪਹਿਲਾਂ ਤੋਂ ਹੀ ਕਹਿੰਦੇ ਰਹੇ ਨੇ। ਲਗਭਗ ਉਹ ਇਹੋ ਜਿਹਾ ਇੱਕ ਵਰਤਾਂਤ ਸਿਰਜ ਦਿੱਤਾ ਗਿਆ ਕਿਸਾਨਾਂ ਦੇ ਖਿਲਾਫ, ਜਿਹੋ ਜਿਹਾ ਸ਼ਾਹੀਨ ਬਾਗ ਦੇ ਅੰਦੋਲਨ ਦੇ ਖਿਲਾਫ ਸਿਰਜਿਆ ਸੀ। ਜਦੋਂ ਸ਼ਾਹੀਨ ਬਾਗ ਦੇ ਲੋਕਾਂ ਨੇ ਵੀ ਕਿਹਾ ਕਿ ਅਸੀਂ ਨਹੀਂ ਰੋਕ ਰਹੇ, ਯੂਪੀ ਤੇ ਦਿੱਲੀ ਦੀ ਪੁਲਿਸ ਰੋਕ ਰਹੀ ਹੈ, ਤਾਂ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਤੀ ਵੱਡੇ ਵਕੀਲਾਂ ਦੀ, ਤੇ ਉਹ ਕਮੇਟੀ ਉੱਥੇ ਗਈ, ਗੱਲਬਾਤ ਵੀ ਕੀਤੀ, ਸਾਰਿਆਂ ਨੂੰ ਪੁੱਛਿਆ। ਕਮੇਟੀ ਨੇ ਇੱਥੇ ਜੋ ਬਿਆਨ ਦਿੱਤਾ ਸੀ ਕਿ ਵਾਕਈ ਇਹ ਗੱਲ ਹੈ ਕਿ ਇਹਨਾਂ ਨੇ ਰੋਕੇ ਹੋਏ, ਰੋਕੇ ਪੁਲਿਸ ਨੇ। ਪੁਲਿਸ ਕੋਲ ਕੋਈ ਜਵਾਬ ਨਹੀਂ ਸੀ, ਨਾ ਦਿੱਲੀ ਦੀ ਸਰਕਾਰ ਤੇ ਨਾ ਯੂਪੀ ਦੀ ਸਰਕਾਰ ਕੋਲ ਕੋਈ ਜਵਾਬ ਸੀ। ਫਿਰ ਉਹ ਰਿਪੋਰਟ ਪੇਸ਼ ਕੀਤੀ, ਤੇ ਰਿਪੋਰਟ ਉਦੋਂ ਨੂੰ ਰਹਿ ਗਈ ਵਿੱਚ, ਇੰਨੇ ਕਰੋੜਾਂ ਦੇ ਵਿੱਚ ਦਬ ਕੇ ਇੰਨੇ ਮੂਵਮੈਂਟ ਟੁੱਟ ਗਈ। ਪਰ ਇਹ ਅੰਦੋਲਨ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਕਮੇਟੀ ਤਾਂ ਨਹੀਂ ਬਣਾਈ। 7 ਦਸੰਬਰ ਰੱਖਿਆ ਹੋਇਆ ਜੇ ਟਾਈਮ ਸੀ। ਮੈਨੂੰ ਲੱਗਦਾ ਸਰਕਾਰ ਨੂੰ ਇਹ ਪਤਾ ਲੱਗ ਗਿਆ ਸ਼ਾਇਦ ਕਿ ਵਾਰੀ ਤਾਂ ਸਾਡੀ ਉਹ ਆਉਣੀ ਹੈ ਤੱਥਾਂ ਦੇ ਤੌਰ 'ਤੇ, ਮਤਲਬ ਕਸੂਰ ਤਾਂ ਸਾਡਾ ਹੀ ਹੈ। ਤੇ ਉਹ ਜਿਹੜੇ ਹੁਣ ਪੱਟਣੇ ਸ਼ੁਰੂ ਕੀਤੇ ਨੇ, ਤਾਂ ਉਹ ਮੇਰੇ ਖਿਆਲ ਹੈ ਕਿਸਾਨਾਂ ਨੂੰ ਤਾਂ ਪਹਿਲਾਂ ਤੋਂ ਹੀ ਇਹ ਨਹੀਂ, ਉਹ ਕਹਿੰਦੇ ਪੱਟੋ ਠੀਕ ਹੈ, ਜਾਣ ਦਿਓ, ਸਾਨੂੰ ਕੀ ਲਊ। ਕਿਉਂਕਿ ਕਿਸਾਨਾਂ ਨੇ ਇੱਕ ਸਟ੍ਰੈਟਜੀ ਅਪਣਾਈ ਹੈ ਕਿ ਅਸੀਂ ਲੋਕਲ ਲੋਕਾਂ ਨੂੰ ਵੀ ਇਹ ਦੱਸਣਾ ਹੈ ਆਪਣੇ ਵਿਵਹਾਰ ਦੇ ਰਾਹੀਂ, ਆਪਣੇ ਕਿਰਦਾਰ ਦੇ ਰਾਹੀਂ, ਕਿ ਅਸੀਂ ਤੁਹਾਡੇ ਖਿਲਾਫ ਨਹੀਂ, ਅਸੀਂ ਇੱਕ ਬੜਾ ਵੱਡਾ ਮੁੱਦਾ ਲੈ ਕੇ ਆਏ ਹਾਂ ਸਰਕਾਰ ਦੇ ਖਿਲਾਫ, ਰੋਸ ਪ੍ਰਗਟ ਕਰਨ ਵਾਸਤੇ। ਇਸ ਲਈ ਅਸੀਂ ਤੁਹਾਨੂੰ ਤਕਲੀਫ ਨਹੀਂ ਦੇਣਾ ਚਾਹੁੰਦੇ, ਤਕਲੀਫ ਸਰਕਾਰ ਦਿੰਦੀ ਹੈ। ਸਰਕਾਰ ਦੀਆਂ ਜਿਵੇਂ ਬਾਕੀ ਚਾਲਾਂ ਫੇਲ ਹੋਈਆਂ ਨੇ ਕਿਸਾਨਾਂ ਦੇ ਖਿਲਾਫ, ਜੋ ਵੀ ਐਲੀਗੇਸ਼ਨ ਲੱਗਦੇ ਸੀ, ਮੈਨੂੰ ਲੱਗਦਾ ਕਿ ਇਹ ਜਿਹੜੀ ਰੋਕਣ ਵਾਲੀ ਹੈ ਇਹ ਵੀ ਫੇਲ ਹੁੰਦੀ ਨਜ਼ਰ ਆ ਰਹੀ ਹੈ। ਇਸੇ ਕਰਕੇ ਉਹਨੂੰ ਪੱਟਣੇ ਪੈ ਰਹੇ ਨੇ, ਔਰ ਹੌਲੀ ਹੌਲੀ ਇੱਕ ਇੱਕ ਵਿਕਟ ਸਰਕਾਰ ਦੀ ਲਗਾਤਾਰ ਡਿੱਗ ਰਹੀ ਹੈ। ਝੂਠੇ ਵਰਤਾਂਤ ਬਹੁਤੀ ਦੇਰ ਖੜੇ ਨਹੀਂ ਰਹਿ ਸਕਦੇ, ਤੇ ਉਹ ਆਪਣੀ ਪੈਰ ਮੇਰਾ ਖਿਆਲ ਕੁਹਾੜਾ ਮਾਰ ਰਹੀ ਹੈ। ਸ਼ਾਇਦ ਕਿਹਾ ਇਹ ਜਾ ਰਿਹਾ ਕਿ ਸਰਕਾਰ ਸਪਾਂਸਰ ਨੇ ਇਹੋ ਜਿਹੀਆਂ ਰਿਟਾਂ ਜਿਹੜੀਆਂ ਪਵਾਈਆਂ ਜਾ ਰਹੀਆਂ ਨੇ, ਤੇ ਉਹ ਰਿਟਾਂ ਵੀ ਉਹਨਾਂ ਦੇ ਖਿਲਾਫ ਹੀ ਕਿਤੇ ਨਾ ਕਿਤੇ ਜਾਂਦੀਆਂ ਦਿਖਾਈ ਦੇ ਰਹੀਆਂ ਨੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਦੱਸਿਆ ਵੀ ਕਿ ਰਾਜਸੀ ਪਾਰਟੀਆਂ ਵੱਲੋਂ ਵਾਅਦੇ ਤੇ ਦਾਅਵੇ ਤਾਂ ਵੱਡੇ ਵੱਡੇ ਕੀਤੇ ਜਾ ਰਹੇ ਨੇ, ਪਰ ਇਹਨਾਂ ਨੂੰ ਪੂਰਾ ਕਰਨ ਲਈ ਇੱਕ ਰੋਡ ਮੈਪ ਦੀ ਲੋੜ ਹੈ। ਸਿਆਸੀ ਪਾਰਟੀਆਂ ਨੂੰ ਉਹਦਾ ਇੱਕ ਰੋਡ ਮੈਪ ਵੀ ਤਿਆਰ ਕਰਕੇ ਲੋਕਾਂ ਅੱਗੇ ਪੇਸ਼ ਕਰਨ ਦੀ ਲੋੜ ਹੈ, ਤਾਂ ਜੋ ਲੋਕਾਂ ਨੂੰ ਪੂਰਜ਼ੋਰ ਜਿਹੜਾ ਉਹਨਾਂ 'ਤੇ ਭਰੋਸਾ ਹੋ ਸਕੇ ਵੀ ਕਿ ਉਹ ਜਿਹੜਾ ਇਹ ਵਾਅਦੇ ਕਰ ਰਹੇ ਨੇ, ਇਹ ਵਾਅਦੇ ਸੱਚ 'ਚ ਪੂਰੇ ਹੋ ਸਕਣਗੇ। ਹੁਣ ਹੋਵੇਗਾ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।